ਏਕੋ ਸੱਚਾ ਸੱਚ ਤੂੰ ਕੇਵਲ ਆਪ ਮੁਰਾਰੀ। ਰਹਾਉ ਜਾਗਤ ਰਹੇ ਤਿਨੀ ਪ੍ਰਭ ਪਾਇਆ। ਸ਼ਬਦੇ ਹਉ ਮੈਂ ਮਾਰੀ ਗਿਰਹੀ ਮਹਿ ਸਦਾ ਹਰ ਜਨ ਉਦਾਸੀ। ਗਿਆਨ ਤਤ ਵਿਚਾਰੀ ਸਤਿਗੁਰ ਸੇਵ ਸਦਾ ਸੁਖ ਪਾਇਆ। ਹਰ ਰਾਖਿਆ ਉਰ ਧਾਰੀ ਇਹ ਮਨੁਆ ਦਹਿ ਦਿਸ ਧਾਵੰਦਾ। ਦੂਜੈ ਭਾਇ ਖੁਆਇਆ ਮਨ ਮੁਖ ਮੁਗਧ ਹਰ ਨਾਮ ਨ ਚੇਤੈ। ਬਿਰਥਾ ਜਨਮ ਗਵਾਇਆ ਸਤਿਗੁਰ ਭੇਟੇ ਤਾਂ ਨਾਉ ਪਾਏ। ਹਉ ਮੈਂ ਮੋਹ ਚੁਕਾਇਆ ਹਰ ਜਨ ਸਾਚੇ ਸਾਚ ਕਮਾਵਹਿ। ਗੁਰ ਕੈ ਸ਼ਬਦ ਵਿਚਾਰੀ ਆਪੇ ਮੇਲ ਲਏ ਪ੍ਰਭ ਸਾਚੈ। ਸਾਚ ਰਖਿਆ ਉਰ ਧਾਰੀ ਨਾਨਕ ਨਾਵਹੁ ਗਤ ਮਤ ਪਾਈ। ਏਹਾ ਰਸ ਹਮਾਰੀ ਨਾਨਕ ਨਾਵਹੁ ਗਤ ਮਤ ਪਾਈ। ਏਹਾ ਰਸ ਹਮਾਰੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਪਾਤਸ਼ਾਹ ਸਾਹਿਬ ਜੀ ਦੇ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰਦਿਆਂ ਗੁਰੂ ਪਾਤਸ਼ਾਹ ਸਾਹਿਬ ਜੀ ਦੇ ਆਪਣੇ ਹੀ ਨਿਜ ਪਾਵਨ ਸਰੂਪ ਸ਼ਬਦ ਨਾਲ ਚਿੱਤ ਲਾ ਕੇ ਜਦ ਆਪ ਸਾਵਧਾਨ ਤੇ ਇਕਾਗਰ ਚਿੱਤ ਹੋਏ ਜੁੜ ਮਿਲ ਬੈਠੇ ਹੋ, ਪਾਤਸ਼ਾਹ ਗੁਰਦੇਵ ਜੀ ਦੀਆਂ ਬੇਅੰਤ ਮਹਿਰਮਤਾਂ ਤੇ ਵਡਿਆਈਆਂ ਜੋ ਸਤ ਸੰਗਤ ਵਿੱਚ ਸਦਾ ਵਰਤਦੀਆਂ ਨੇ, ਆਪ ਉਹਨਾਂ ਦੇ ਸਾਂਝੀ ਤੇ ਧਾਰਣੀ ਹੋਇਓ। ਕਿਰਪਾਲਤਾ ਕਰਨਾ, ਆਪਣੇ ਨਿਰਮਲ ਹਿਰਦੇ ਚੋਂ ਅਰਦਾਸ ਕਰਨਾ ਜੋ ਗੁਰੂ ਪਾਤਸ਼ਾਹ ਸਾਹਿਬ ਜੀ ਰਹਿਮਤ ਕਰਨ। ਪਾਵਨ ਸ਼ਬਦ ਦੀ ਵਿਚਾਰ, ਬੋਲਣ ਦਾ ਤਾਣ ਅਤੇ ਵਿਚਾਰ ਦਾ ਪ੍ਰਵਾਹ ਬਖਸ਼ਣ। ਇੱਕ ਵਾਰ ਆਸੀਸ ਦਿੰਦਿਆਂ ਅੰਮ੍ਰਿਤ ਦ੍ਰਿਸ਼ਟੀ ਪਾ ਕੇ ਜਪਣਾ ਜੀ ਸਤਨਾਮ ਸ਼੍ਰੀ ਵਾਹਿਗੁਰੂ। ਗਰੀਬ ਨਿਵਾਸ ਘਟ ਘਟ ਕੇ ਵਾਸੀ ਸ਼੍ਰੀ ਅਕਾਲ ਪੁਰਖ ਵਾਹਿਗੁਰੂ ਜੀ ਦਾ ਕੋਟਾਨ ਕੋਟ ਸ਼ੁਕਰਾਨਾ ਜੋ ਸੱਚੇ ਪਾਤਸ਼ਾਹ ਸਾਹਿਬ ਜੀ ਨੇ ਕਿਰਪਾ ਕੀਤੀ ਹੈ। ਹੁਣ ਤੱਕ ਦਾ ਸਮਾਂ ਰਾਤਰੀ ਦੇ ਰੂਪ ਵਿੱਚ ਆਪਣੇ ਪਿਆਰ ਤੇ ਭਾਣੇ 'ਚ ਬਤੀਤ ਕਰਾਇਆ। ਆਪ ਹੀ ਬਖਸ਼ਿਸ਼ ਕਰਕੇ ਅੰਮ੍ਰਿਤ ਵੇਲੇ ਦੀ ਜਾਗ ਬਖਸ਼ੀ ਤੇ ਇਸ ਵਕਤ ਆਪਣੇ ਪਾਵਨ ਦਰਬਾਰ ਦੀ ਹਾਜ਼ਰੀ ਭਰਨ ਦਾ ਸੁਭਾਗ ਬਖਸ਼ਿਆ। ਹਰ ਰੋਜ਼ ਤੇ ਤਰਾਜ ਵੀ ਸਾਹਿਬ ਨੇ ਰਹਿਮਤ ਕੀਤੀ, ਸਾਨੂੰ ਡਿੱਗਦਿਆਂ ਢਹਿੰਦਿਆਂ ਨੂੰ ਆਸਰਾ ਤੇ ਸਹਾਰਾ ਦਿੱਤਾ ਹੈ। ਡੁੱਲਦੇ ਹੋਏ ਮਨ ਨੂੰ ਤਰਵਾਸ ਦਿੱਤਾ ਹੈ ਤੇ ਬਖਸ਼ਿਸ਼ ਕੀਤੀ ਹੈ। ਜਿਸ ਕੇ ਸਿਰ ਉੱਪਰ ਤੂੰ ਸੁਆਮੀ ਸੋ ਦੁੱਖ ਕੈਸਾ ਪਾਵੇ। ਕਿਉਂਕਿ ਅਸੀਂ ਕਿਸੇ ਅਗਿਆਤ ਜੇ ਆਉਣ ਵਾਲੇ ਡਰ ਤੋਂ ਡਰਦੇ ਜੇ ਰਹੀ ਨੇ, ਕੱਲ੍ਹ ਕੀ ਹੋਏਗਾ। ਔਰ ਲਗਭਗ ਸਾਡੇ 'ਚੋਂ ਹਰ ਕੋਈ ਜੀ ਇਸ ਖਦਸ਼ੇ 'ਚ ਹੁੰਦਾ ਹੈ ਔਰ ਚਿੰਤਾ ਕਰਦਾ ਹੈ ਕਿ ਮੇਰਾ ਆਉਣ ਵਾਲਾ ਕੱਲ੍ਹ ਚੰਗਾ ਹੋ ਜਾਏ। ਭਵਿੱਖ ਦੀ ਚਿੰਤਾ ਕਰਦਾ ਮਨੁੱਖ ਦਾ ਸੁਭਾਅ ਬਣ ਗਿਆ ਔਰ ਉਸੇ ਸੁਭਾਅ ਦੇ ਕਰਕੇ ਅਸੀਂ ਪਰੇਸ਼ਾਨ ਹਾਂ, ਕਿਉਂਕਿ ਅਸੀਂ ਆਪਣੇ ਭਵਿੱਖ ਨੂੰ ਲੈ ਕੇ ਬਹੁਤ ਚਿੰਤਾਵਾਂ ਕਰਦੇ ਹਾਂ। ਔਰ ਮਹਾਰਾਜ ਕਹਿਣ ਲੱਗੇ ਕੋਈ ਚਿੰਤਾ ਨਾ ਕਰਿਆ ਕਰ, ਇੱਕ ਵਿਸ਼ਵਾਸ ਰੱਖ ਸਭ ਤੇ ਵੱਡਾ ਸਤਿਗੁਰੂ ਨਾਨਕ ਜਿਨ ਕਲ ਰਾਖੀ ਮੇਰੀ। ਤੇਰਾ ਗੁਰੂ ਬਹੁਤ ਵੱਡਾ ਹੈ, ਅਸੀਂ ਇੱਥੇ ਟਿਕ ਜੇ ਮੇਰੇ ਗੁਰੂ ਬਹੁਤ ਵੱਡੇ ਨੇ, ਮੈਨੂੰ ਡੁੱਬਣ ਨਹੀਂ ਦੇਣਗੇ, ਡਿੱਗਣ ਨਹੀਂ ਦੇਣਗੇ। ਜੇ ਹੁਣ ਤੱਕ ਨਹੀਂ ਡੁੱਬਣ ਦਿੱਤਾ, ਡਿੱਗਣ ਦਿੱਤਾ, ਤੇ ਗਾਂਹ ਵੀ ਨਹੀਂ ਡੁੱਬਣ ਡਿੱਗਣ ਦੇਣਗੇ।
ਇਹ ਵਿਸ਼ਵਾਸ ਇੱਕ ਬਣ ਜੇ ਸਾਡੇ ਹਿਰਦਿਆਂ 'ਚ, ਔਰ ਇਹਨਾਂ ਵਿਸ਼ਵਾਸਾਂ ਦੀ ਗਹਿਰਾਈ ਵਿੱਚ ਹੀ ਹੌਲੀ ਹੌਲੀ ਜਦੋਂ ਸ਼ਬਦ ਦੀ ਵਿਚਾਰ ਨੂੰ ਅਸੀਂ ਕਰਦੇ ਹਾਂ, ਰਹਿਮਤਾਂ ਪ੍ਰਾਪਤ ਹੁੰਦੀਆਂ ਨੇ, ਅਤੇ ਫਿਰ ਸੁੱਤੇ ਸਿੱਧੇ ਸਾਨੂੰ ਕੁਝ ਗਿਆਨ ਪ੍ਰਾਪਤ ਹੁੰਦਾ ਹੈ, ਅਤੇ ਗਿਆਨ ਦੇ ਨਾਲ ਵਿਸ਼ਵਾਸ ਗਹਿਰਾ ਹੁੰਦਾ ਜੀ। ਕੱਲ੍ਹ ਅਸੀਂ ਵਾਚ ਰਹੇ ਸਾਂ, ਕੀ ਕਰਿਆ ਕਰੀਏ ਫਿਰ? ਬੇਨਤੀ ਕਰਿਆ ਕਰੀ, ਮੇਰੇ ਠਾਕੁਰ ਹਮ ਬਾਰਕ ਸ਼ਰਨ ਤੁਮਹਾਰੀ। ਅਸਾਂ ਦੇ ਵਾਸਤੇ ਇਹੀ ਗੱਲ ਹੈ ਨੇ ਕਿ ਅਰਦਾਸ ਕਰਿਆ ਕਰੀਏ, ਆਪਣੀ ਹੀਲ ਹੁਜਤ ਛੱਡੀਏ, ਆਪਣਾ ਜੋ ਕਰਮ ਧਰਮ ਹੈ ਕਰੀਏ, ਅਤੇ ਆਪਣੇ ਕਰਤੱਵ ਨਿਭਾਉਂਦੇ ਹੋਏ ਅਰਦਾਸ ਇਹ ਕਰਦੇ ਕਰੀਏ, ਮਹਾਰਾਜ ਇੱਕੋ ਸੱਚਾ ਸੱਚ ਤੂੰ ਕੇਵਲ ਆਪ ਮੁਰਾਰੀ। ਅਸੀਂ ਤੇ ਬਾਰਕ ਹਾਂ। ਆ ਹੁਣੇ ਅਰਦਾਸ ਕਰਦੇ ਆਪਾਂ ਬਚਨ ਵੀ ਕਹਿਣਾ, ਤੁਮ ਮਾਤ ਪਿਤਾ ਹਮ ਬਾਰਕ ਤੇਰੇ। ਇਹਨਾਂ ਗੱਲਾਂ ਨੂੰ ਆਪਾਂ ਗਹਿਰੇ ਸਮਝਣਾ ਹੈ, ਔਰ ਜਿਹੜੇ ਇੱਥੇ ਪਹੁੰਚ ਜਾਂਦੇ ਨੇ ਆਪਣੇ ਵੱਡਪਣ ਨੂੰ, ਆਪਣੀ ਪ੍ਰਤਿਭਾ ਨੂੰ, ਆਪਣੇ ਧਨ ਨੂੰ, ਆਪਣੇ ਜੋਬਨ ਨੂੰ ਪਿੱਛੇ ਛੱਡ ਕੇ, ਇਹ ਸੱਚੇ ਪਾਤਸ਼ਾਹ ਅਸੀਂ ਤੇ ਆਪਣੇ ਬਾਲਕਾਂ ਦੀ ਨਿਆਈ ਹਾਂ, ਫਿਰ ਉਹਨਾਂ ਨੂੰ ਕੀ ਮਿਲਦਾ ਹੈ? ਪਿੱਛੇ ਇੱਕ ਵਚਨ ਸੀ ਵਾਚਿਆ ਸੀ, ਜਦੋਂ ਅਸੀਂ ਗੁਰੂ ਕੀ ਕਿਰਪਾ ਪ੍ਰਾਪਤ ਕਰਦੇ ਹਾਂ, ਉਹਨੂੰ ਭਾ ਜਾਂਦੇ ਹਾਂ, ਅਤੇ ਗਾਉਣ ਨਾਲ ਸਭ ਤੋਂ ਪਹਿਲਾਂ ਸਾਨੂੰ ਗਾਉਣਾ ਮਿਲਦਾ ਹੈ, ਉਹਦੀ ਉਸਤਤ ਕਰਨ ਨੂੰ ਮਿਲਦੀ ਹੈ। ਉਸਤਤ ਕਰਨ ਦੇ ਨਾਲ ਕੀ ਹੁੰਦਾ, ਫਿਰ ਪਤਾ ਲੱਗਦਾ ਜਾਗ ਹੁੰਦੀ ਹੈ, ਜਾਗਰਤੀ ਆ ਜਾਂਦੀ ਹੈ। ਔਰ ਇਹ ਜਾਗ ਦਾ ਮਤਲਬ ਆ ਨਹੀਂ ਕਿ ਅਸੀਂ ਸੁੱਤੇ ਸਾਂ, ਅੱਖਾਂ ਖੋਲੀਆਂ ਜਾਗ ਪਏ। ਗੁਰਬਾਣੀ 'ਚ ਜਿਹੜੀ ਜਾਗ ਸ਼ਬਦ ਜਾਂ ਜਾਗ ਦੇ ਪ੍ਰਤੀ ਜੋ ਭਾਵ ਵਿਚਾਰ ਦਿੱਤੇ ਜਾਂਦੇ ਨੇ, ਆ ਸੰਸਾਰੀ ਨੀਂਦ ਅਤੇ ਸੰਸਾਰੀ ਸੁੱਤੇ ਰਹਿਣ ਦੀ ਗੱਲ ਨਹੀਂ ਗਈ ਕਿ ਭਾਈ ਅਸੀਂ 4 ਘੰਟੇ ਸੁੱਤੇ, ਕੋਈ ਕਹਿੰਦਾ ਜੀ ਮੈਂ ਤਾਂ 2 ਘੰਟੇ ਸੌਣਾ, ਭਈ ਕੋਈ 8-10 ਘੰਟੇ ਸੌਂ ਲੈਂਦਾ ਹੋਏਗਾ। ਇਹ ਸਰੀਰ ਦੇ ਮੁਤਾਬਕ ਹੈ। ਇਹ ਸੰਸਾਰੀ ਨੀਂਦ ਤੇ ਸਾਡੇ ਸਰੀਰ ਅਤੇ ਸਾਡੇ ਮਨ ਦੀਆਂ ਹਾਲਤਾਂ ਦੇ ਮੁਤਾਬਕ ਹੁੰਦੀ ਹੈ ਭਾਈ। ਸਰੀਰਿਕ ਹਾਲਤ ਅਤੇ ਮਾਨਸਿਕ ਹਾਲਤ ਮਨੁੱਖ ਦੀ ਨੀਂਦ ਨੂੰ ਪ੍ਰਭਾਵਿਤ ਕਰਦੀਆਂ ਨੇ। ਚੰਗੀ ਨੀਂਦ ਵਾਸਤੇ ਸਰੀਰ ਦੀ ਹਾਲਾਤ ਠੀਕ ਹੋਣੀ ਚਾਹੀਦੀ ਹੈ ਅਤੇ ਮਨ ਦੀ ਹਾਲਾਤ ਵੀ ਠੀਕ ਹੋਣੀ ਚਾਹੀਦੀ ਹੈ, ਤਦ ਠੀਕ ਸੁਖੈਨ ਨੀਂਦ ਹੈ। ਉਹ ਸੁਖੈਨ ਜਿਹਨੂੰ ਅਲਪ ਆਹਾਰ ਸੁਲਪ ਨਿਦਰਾ ਕਹਿੰਦੇ ਨੇ। ਸੁਲਪ ਨਿਦਰਾ ਵਾ ਭਾਵੇਂ ਕਿਸੇ ਨੂੰ 4 ਘੰਟੇ ਆਵੇ, ਭਾਵੇਂ ਕਿਸੇ ਨੂੰ 6 ਘੰਟੇ ਆਵੇ, ਭਾਵੇਂ ਕਿਸੇ ਨੂੰ 8 ਘੰਟੇ ਆਵੇ। ਹਰ ਇੱਕ ਵਿਅਕਤੀ ਦੀ ਸੁਲਪ ਨਿਦਰਾ ਅਲੱਗ ਹੈ। ਉਹ 'ਤੇ ਕੋਈ ਟੀਕਾ ਟਿੱਪਣੀ ਸਾਨੂੰ ਕਰਨ ਦਾ ਹੱਕ ਨਹੀਂ ਬਣਦਾ। ਸਾਨੂੰ ਹੱਕ ਬਣਦਾ ਆਪਣੇ ਪ੍ਰਤੀ ਜਾਗਰਤੀ, ਕਿ ਅਸੀਂ ਸੁਚੇਤ ਹਾਂ, ਕਿ ਅਸੀਂ ਜਾਗਦੇ ਹਾਂ। ਬਸ ਇਹ ਆ। ਮਹਾਰਾਜ ਕਹਿਣ ਲੱਗੇ, ਬਖਸ਼ਿਸ਼ਾਂ ਨੂੰ ਕੌਣ ਪ੍ਰਾਪਤ ਕਰਦਾ ਹੈ? ਜੋ ਜਾਗਦਾ ਹੈ। ਜਿਵੇਂ ਸੰਸਾਰ ਦੇ ਪਦਾਰਥ ਕੌਣ ਪ੍ਰਾਪਤ ਕਰਦਾ? ਜੋ ਜਾਗਦਾ ਹੈ। ਫਾਰਮੂਲਾ ਤਾਂ ਉਹੀ ਹੈ ਨਾ। ਯਾਤਰਾ ਕੌਣ ਕਰਦਾ? ਜੋ ਜਾਗਦਾ ਹੈ। ਆ ਸੁੱਤੇ ਰਹਿਣ ਵਾਲੇ ਵਿਅਕਤੀ ਕਦੇ ਯਾਤਰਾ ਥੋੜ੍ਹਾ ਕਰ ਪਾਉਂਦੇ ਨੇ। ਸੁੱਤੇ ਰਹਿਣ ਵਾਲੇ ਵਿਅਕਤੀ ਦੁਨੀਆ ਦੇ ਪਦਾਰਥ ਵੀ ਨਹੀਂ ਪ੍ਰਾਪਤ ਕਰ ਪਾਉਂਦੇ। ਇਸ ਕਰਕੇ ਦੁਨੀਆ ਦੀ ਯਾਤਰਾ ਕਰਨ ਵਾਸਤੇ, ਦੁਨੀਆ ਦੇ ਪਦਾਰਥ ਪ੍ਰਾਪਤ ਕਰਨ ਵਾਸਤੇ ਜਾਗਣਾ ਪੈਂਦਾ ਹੈ, ਅਤੇ ਸੱਚ ਜਾਣਨਾ, ਰੂਹਾਨੀ ਯਾਤਰਾ ਕਰਨ ਵਾਸਤੇ ਅਤੇ ਗਿਆਨ ਅਤੇ ਨਾਮ ਪਦਾਰਥ ਪ੍ਰਾਪਤ ਕਰਨ ਵਾਸਤੇ ਵੀ ਜਾਗਣਾ ਪੈਂਦਾ ਹੈ। ਦੁਨੀਆ ਦੇ ਵੀ 3 ਗੁਣਾਂ ਦੇ ਪਦਾਰਥ ਹੋਣਗੇ, ਅਲੱਗ-ਅਲੱਗ ਪ੍ਰਕਿਰਤੀਆਂ ਦੇ, ਪਰ ਸਾਨੂੰ ਵੀ ਅੰਦਰ ਸਾਨੂੰ ਗਿਆਨ ਪਦਾਰਥ ਪ੍ਰਾਪਤ ਕਰਨਾ ਹੈ, ਸਾਨੂੰ ਪ੍ਰੇਮ ਪਦਾਰਥ ਪ੍ਰਾਪਤ ਕਰਨਾ ਹੈ, ਸਾਨੂੰ ਨਾਮ ਪਦਾਰਥ ਪ੍ਰਾਪਤ ਕਰਨਾ ਹੈ। ਔਰ ਇਹ 3 ਪਦਾਰਥ ਪ੍ਰਾਪਤ ਕਰਨ ਵਾਸਤੇ ਜਾਗਰਤੀ ਚਾਹੀਦੀ ਹੈ, ਹੋਸ਼ ਚਾਹੀਦੀ ਹੈ, ਸੁਚੇਤ ਹੋਣਾ ਚਾਹੀਦਾ ਹੈ। ਜਿਹੜਾ ਵਿਅਕਤੀ ਪੂਰਨ ਤੌਰ 'ਤੇ ਚੇਤਨ ਨਹੀਂ ਹੈ, ਜਾਗਰਤ ਨਹੀਂ ਹੈ, ਉਹਦੇ ਕੋਲ ਗਿਆਨ ਪਦਾਰਥ ਨਹੀਂ ਹੈ, ਉਹਦੇ ਕੋਲ ਪ੍ਰੇਮ ਪਦਾਰਥ ਵੀ ਨਹੀਂ ਹੈ। ਅਤੇ ਜਿਨ੍ਹਾਂ ਕੋਲ ਗਿਆਨ ਅਤੇ ਪ੍ਰੇਮ ਨਹੀਂ ਹੈ, ਖਿਮਾ ਕਰਨਾ, ਨਾਮ ਪਦਾਰਥ ਵੀ ਉੱਥੇ ਨਹੀਂ ਹੈ। ਇਸ ਕਰਕੇ ਮਹਾਰਾਜ ਕਹਿਣ ਲੱਗੇ, ਜਾਗਤ ਰਹੇ ਤਿਨੀ ਪ੍ਰਭ ਪਾਇਆ। ਪਰਮਾਤਮਾ ਕਿਹਨਾਂ ਨੂੰ ਮਿਲਦਾ ਹੈ? ਜਿਹੜੇ ਜਾਗਦੇ ਰਹਿੰਦੇ ਨੇ। ਇੱਕ ਬਚਨ ਪਿਆਰਾ ਪਿਆਰਾ, ਬੈਠਾ ਰਹੋ ਔਰ ਜਾਗ। ਕਬੀਰ ਸਦ ਬਚਨ ਨੇ, ਬੈਠਾ ਰਹੋ ਔਰ ਜਾਗ। ਅਸੀਂ ਉਹਨਾਂ ਦੇ ਅੱਖਰੀ ਅਰਥ ਇੱਦਾਂ ਕਰ ਲਏ ਵੀ ਸੁੱਤੇ ਸੌਣਾ ਨਹੀਂ। ਸਾਡੇ 'ਚ ਬਹੁਤ ਸਾਰੇ ਲੋਕ ਨੇ ਜਿਹੜੇ ਇਹਨਾਂ ਤੁਕਾਂ ਦਾ ਅੱਖਰੀ ਅਰਥ ਕਰਕੇ ਸਾਰੀ ਰਾਤ ਬੈਠੇ ਰਹਿੰਦੇ ਨੇ, ਜਾਗਦੇ ਰਹਿੰਦੇ ਨੇ, ਅਤੇ ਲੰਬੇ ਤਜਰਬੇ ਵਾਲੇ ਮੰਨਦੇ ਨੇ ਕਿ ਇਹੋ ਜਿਹੇ ਵਿਅਕਤੀ ਅਭਿਆਸੀ ਹੈ, ਕਰਦੇ ਆਪਣੇ ਨੂੰ ਬਥੇਰਾ ਕੁਛ। ਇਹ ਹੱਠ ਯੋਗ ਵਿੱਚ ਆਉਂਦਾ ਹੈ, ਹੱਠ ਧਰਮਤਾ 'ਚ ਆਉਂਦਾ ਹੈ। ਇਹ ਹੋਰ ਤੇ ਕੁਝ ਪ੍ਰਾਪਤ ਕਰਨ ਜਾਂ ਨਾ ਪ੍ਰਾਪਤ ਕਰਨ, ਇਹ ਟੈਨਸ਼ਨ ਅਤੇ ਡਿਪਰੈਸ਼ਨ ਜ਼ਰੂਰ ਪ੍ਰਾਪਤ ਕਰਦੇ ਨੇ।
ਸਰੀਰ ਦੇ ਰੋਗ ਪ੍ਰਾਪਤ ਕਰ ਲੈਂਦੇ ਨੇ। ਇਹ ਮਾਨਸਿਕ ਤਣਾਅ ਲੈ ਜਾਂਦੇ ਨੇ, ਖਿਜਖਿਜਾਹਟ ਲੈ ਜਾਂਦੇ ਨੇ ਔਰ ਆਪਣੇ ਆਪ ਨੂੰ ਚੰਗਾ ਮੰਨਣ ਦਾ ਹੰਕਾਰ ਲੈ ਜਾਂਦੇ ਨੇ। ਇਸੇ ਕਰਕੇ ਸਾਨੂੰ ਗੁਰਮਤਿ ਵਿੱਚ ਇਹੋ ਜਿਹਾ ਹੱਠ ਕਰਨ ਦਾ ਕੋਈ ਉਪਦੇਸ਼ ਨਹੀਂ ਗਾ ਵੀ ਤੁਸੀਂ ਅੱਧੀ ਰਾਤ ਉੱਠੋ, ਜਾਗੋ, ਸੌਂ ਨਾ ਹੀ, ਐਸਾ ਨਹੀਂ। ਸਾਨੂੰ ਹੁਕਮ ਹੈ ਅਲਪ ਆਹਾਰ ਸੁਲਭ ਸੇ ਨਿਦਰਾ, ਦਇਆ ਸ਼ਿਮਾ ਤਨ ਪ੍ਰੀਤ। ਹਲਕਾ ਖਾਓ, ਹਲਕਾ ਸੌਂ, ਪਰ ਚੇਤਨ ਹੋਵੋ। ਜਾਗੋ 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 ਜ਼ਰੂਰ, ਚੇਤਨ ਹੋ ਜਾਓ, ਹੋਸ਼ ਵਿੱਚ ਆ ਜਾਓ। ਜਿਹੜੇ ਜਾਗਦੇ ਨੇ ਉਹ ਪ੍ਰਮਾਤਮਾ ਨੂੰ ਪ੍ਰਾਪਤ ਕਰ ਲੈਂਦੇ ਨੇ। ਮਹਾਰਾਜ ਇਹ ਚੇਤਨਤਾ, ਜਾਗਰਤੀ ਕੈਸੀ ਹੁੰਦੀ ਹੈ? ਅਸੀਂ ਕਹਾਂਗੇ ਮੈਂ ਤੇ ਦੇਖੋ ਜਾ ਕੇ ਆਣ ਬੈਠੇ ਹਾਂ ਜੀ, ਨਹੀਂ ਨਹੀਂ, ਹੋ ਸਕਦਾ ਅਸੀਂ ਅੰਦਰੋਂ ਸੁੱਤੇ ਹੋਈਏ। ਇਹ ਜਾਗਰਤੀ ਦਾ ਇੱਕ ਸਰੂਪ ਮਹਾਰਾਜ ਦਿੱਤਾ, ਸ਼ਬਦੇ ਹਉ ਮੈਂ ਮਾਰੀ। ਜਿਨ੍ਹਾਂ ਨੇ ਗੁਰੂ ਸ਼ਬਦ ਦੇ ਸਦਕੇ ਆਪਣੇ ਅੰਦਰ ਦੀ ਹਉ ਮੈਂ ਨੂੰ ਖਤਮ ਕਰ ਲਿਆ, ਉਹੀ ਜਾਗਦੇ ਨੇ। ਜਿਵੇਂ ਕਦੇ ਕਦੇ ਮਹਿਸੂਸ ਕੀਤਾ ਹੋਏਗਾ, ਅਸੀਂ ਸਾਰੇ ਸ਼ਾਇਦ ਇਸ ਨੂੰ ਮਹਿਸੂਸ ਕਰਦੇ ਹੋਵਾਂਗੇ, ਨੀਂਦ ਦਾ ਪ੍ਰਭਾਵ ਸਾਡੇ ਦਿਲੋਂ ਦਿਮਾਗ 'ਤੇ ਕਈ ਵਾਰ ਇੰਨਾ ਛਾ ਜਾਂਦਾ ਹੈ ਕਿ ਪਰਿਵਾਰ ਦੇ ਦੂਸਰੇ ਜੀ ਉਠਾਉਂਦੇ ਨੇ, ਅਸੀਂ ਅੱਧੀ ਕੁ ਚੇਤਨਾ ਚਾਹੁੰਦੇ ਹਾਂ ਪਰ ਕਹਿੰਦੇ ਕੀ ਕਰਾਂ, ਨੀਂਦ ਦਾ ਦਬਾਅ ਬੜਾ ਹੈ, ਅੱਖਾਂ ਹੀ ਨਹੀਂ ਖੁੱਲ੍ਹਦੀਆਂ, ਕੋਈ ਚੇਤਨਾ ਹੀ ਨਹੀਂ ਆਉਂਦੀ, ਸਰੀਰ ਸਾਥ ਹੀ ਨਹੀਂ ਦੇ ਰਿਹਾ ਹੁੰਦਾ, ਅਸੀਂ ਫਿਰ ਪੈ ਜਾਂਦੇ ਹਾਂ। ਇਸੇ ਤਰ੍ਹਾਂ ਸਾਡੀ ਆਤਮ ਜਿਹਨੂੰ ਅਸੀਂ ਕਹਿੰਦੇ ਹਾਂ ਚੇਤਨਤਾ ਦੇ ਉੱਪਰ ਹਉਮੈ ਦਾ ਇੰਨਾ ਗਲਬਾ ਹੁੰਦਾ ਹੈ, ਦਬਾਅ ਹੁੰਦਾ ਹੈ ਕਿ ਅਸੀਂ ਹੋਸ਼ ਵਿੱਚ ਆ ਹੀ ਨਹੀਂ ਪਾ ਰਹੇ ਨੇ। ਔਰ ਜਦੋਂ ਕਿਤੇ ਕੋਈ ਸਿਆਣਾ ਕਹਿੰਦਾ ਵੀ ਜਾਗੋ, ਅਸੀਂ ਮਾੜਾ ਮੋਟਾ ਉਸਲਵੱਟੇ 'ਚ ਲੈਂਦੇ ਹਾਂ, ਪਰ ਫਿਰ ਉਸ ਮੋਹ ਦੇ ਵਿੱਚ, ਉਸ ਵਿਕਾਰ ਵਿੱਚ, ਉਸ ਹਉਮੈ 'ਚ ਗਲਤਾਨ ਹੋ ਜਾਂਦੇ ਹਾਂ। ਸ਼ਬਦ ਅਭਿਆਸ ਇੱਕ ਐਸੀ ਤੱਤ ਵਿਚਾਰ ਹੈ ਜਿਹੜੀ ਸਾਡੀ ਇਸ ਹਉਮੈ ਨੂੰ, ਆਪੇ ਭਾਵ ਨੂੰ ਮਿਟਾਉਂਦੀ ਹੈ। ਹੌਲੀ ਹੌਲੀ ਕਰਦੇ ਰਿਹਾ ਕਰੀਏ। ਆ ਕਦੇ ਕਦੇ ਵੇਖਿਆ ਹੋਣਾ ਹੈ, ਕਾਗਜ਼ 'ਤੇ ਕੋਈ ਲਕੀਰ ਪੈਨਸਿਲ ਦੀ ਖਿੱਚੀ ਜਾਏ ਤੇ ਅਸੀਂ 2 ਵਾਰ 4 ਵਾਰ 10 ਵਾਰ ਰਬੜ ਰਗੜਦੇ ਹਾਂ, ਹੌਲੀ ਹੌਲੀ ਮਿਟ ਜਾਂਦੀ ਹੈ। ਸਾਨੂੰ ਭਾਈ ਸਾਹਿਬ ਸਮਝਾਉਂਦੇ ਸੀ ਕਿ ਜਿਵੇਂ ਬੱਚੇ ਕਾਗਜ਼ 'ਤੇ ਪੈਨਸਿਲ ਲਕੀਰਾਂ ਖਿੱਚਦੇ ਨੇ, ਫਿਰ ਪਤਾ ਲੱਗ ਜਾਏ ਨਾ ਗਲਤ ਹੈ ਤੇ ਰਬੜ ਨਾਲ ਮਿਟਾ ਦਿੰਦੇ ਨੇ। ਉਹ ਭਾਈ ਤੁਹਾਨੂੰ ਵੀ ਪਤਾ ਲੱਗ ਜਾਏ ਵੀ ਕਿਹੜੀ ਗੱਲ ਗਲਤ ਹੋ ਗਈ ਹੈ, ਵਿਚਾਰ ਗਲਤ ਆ ਗਈ ਹੈ, ਤੇ ਉਹਨੂੰ ਮਿਟਾ ਦਿਆ ਕਰੋ। ਹੁਣ ਕਾਗਜ਼ 'ਤੇ ਖਿੱਚੀ ਲਕੀਰ ਨੂੰ ਮਿਟਾਉਣ ਵਾਸਤੇ ਤਾਂ ਰਬੜ ਹੈ, ਸਾਡੀ ਚੇਤਨਤਾ ਤੇ ਅੰਦਰ ਖਿੱਚੀ ਲਕੀਰ ਨੂੰ ਮਿਟਾਉਣ ਵਾਸਤੇ ਸ਼ਬਦ ਜੇ। ਉਸ ਵਿਚਾਰ ਨੂੰ, ਉਸ ਗਲਤੀ ਨੂੰ ਮਿਟਾਉਣ ਵਾਸਤੇ ਅਭਿਆਸ ਕਰਿਆ ਕਰੋ, ਬੇਨਤੀ ਕਰਿਆ ਕਰੋ ਮਹਾਰਾਜ ਦੁਬਾਰਾ ਨਾ ਹੋਵੇ। ਜਦੋਂ ਗਲਤੀ ਸਮਝ ਆ ਜਾਏ, ਪਹਿਲੀ ਗੱਲ ਤਾਂ ਸਾਡੀ ਕਮਜ਼ੋਰੀ ਹੈ ਕਿ ਗਲਤੀ ਸਮਝ ਨਹੀਂ ਆਉਂਦੀ। ਜਦੋਂ ਕਦੇ ਕਦੇ ਕਤਾਈ ਆਪਣੀ ਗਲਤੀ ਸਮਝ ਆ ਜਾਏ ਤੇ ਬੇਨਤੀ ਕਰੀ ਮਹਾਰਾਜ ਕਿਰਪਾ ਕਰੋ, ਆਹ ਮੇਰੀ ਭੁੱਲ ਹੈ, ਇਹ ਮੇਰੀ ਗਲਤੀ ਹੈ, ਮੇਰੀ ਗਲਤੀ ਮਿਟ ਜਾਏ। ਤੇ ਯਕੀਨਨ ਰੱਖਣਾ ਹੌਲੀ ਹੌਲੀ ਕੋਈ ਸਮਾਂ ਤੇ ਲੱਗਦਾ ਹੈ, ਫਿਰ ਗਲਤੀਆਂ ਮਿਟਣ ਲੱਗ ਪੈਂਦੀਆਂ ਨੇ, ਗਲਤੀਆਂ ਘਟਣ ਲੱਗ ਪੈਂਦੀਆਂ ਨੇ। ਉਸੇ ਪੰਚਮ ਪਾਤਸ਼ਾਹ ਸਾਹਿਬ ਜੀ ਸਾਖੀ ਕਈ ਵਾਰ ਸੁਣੀ ਨਾ ਕਿ ਇੱਕ ਸਿੱਖ ਨੇ ਆ ਕੇ ਕਿਹਾ ਸੀ, ਮਹਾਰਾਜ ਸਿੱਖੀ ਤੇ ਚੰਗੀ ਲੱਗਦੀ, ਬਾਣੀ ਪੜ੍ਹਨੀ ਸੁਣਨੀ ਕੀਰਤਨ ਸੁਣਨਾ ਚੰਗਾ ਲੱਗਦਾ ਹੈ, ਪਰ ਮਹਾਰਾਜ ਕੀ ਕਰਾਂ, ਇਲਾਕੇ ਦਾ ਚੌਧਰੀ ਹਾਂ, ਸਰਪੰਚ ਹਾਂ, ਗਾਹੇ ਬਗਾਹੇ ਝੂਠ ਬੋਲਦਾ, ਕਿਉਂਕਿ ਸਮਾਜ ਨੂੰ ਇਕੱਠਾ ਰੱਖਣਾ ਹੁੰਦਾ ਹੈ, ਆਪਣਿਆਂ ਦੇ ਕਈ ਫੈਸਲੇ ਇਹੋ ਜਿਹੇ ਕਰਨੇ ਹੁੰਦੇ ਨੇ, ਝੂਠ ਬੋਲਦੇ ਹਾਂ। ਤੇ ਮਹਾਰਾਜ ਨੂੰ ਇੱਕ ਜੁਗਤ ਦਿੱਤੀ ਸੀ ਨਾ, ਪੀਂਦਾ ਕਰ ਠੀਕ ਹੈ ਤੂੰ ਬੋਲਾ, ਪਰ ਇੱਕ ਇਮਾਨਦਾਰੀ ਵਰਤੀ। ਕਹਿਣ ਲੱਗਾ ਜੀ ਕੀ? ਕਹਿਣ ਲੱਗੇ ਸ਼ਾਮ ਨੂੰ ਜਦੋਂ ਆਪਣਾ ਹਿਸਾਬ ਕਿਤਾਬ ਲਿਖਦਾ ਹੀ ਹੋਏਗਾ ਨਾ ਵੀ ਅੱਜ ਮੈਂ ਕੀ ਖਰਚਿਆ ਤੇ ਕੀ ਕਮਾਇਆ। ਕਹਿਣ ਲੱਗੇ ਜੀ ਹਾਂ। ਲੈਣ ਦਿੱਤਾ ਲਿਖਦੇ ਹੋ ਨਾ? ਕਹਿਣ ਲੱਗਾ ਜੀ ਹਾਂ। ਕਹਿਣ ਲੱਗੇ ਇਸ ਤਰ੍ਹਾਂ ਇਹ ਲਿਖ ਲਿਆ ਕਰੀ ਵੀ ਅੱਜ ਮੈਂ ਕਿਤਨੀ ਵਾਰ ਝੂਠ ਬੋਲਿਆ, ਬਸ ਇਮਾਨਦਾਰੀ ਨਾਲ ਇਤਨਾ ਲਿਖ ਲਈ। ਜਿਵੇਂ ਕਿਸੇ ਨੂੰ ਪੈਸੇ ਦਿੱਤੇ ਲਏ ਲਿਖ ਲੈਂਦੇ ਹੋ, ਇਸੇ ਤਰ੍ਹਾਂ ਇਮਾਨਦਾਰੀ ਨਾਲ ਇਹ ਲਿਖ ਲਈ ਵੀ ਅੱਜ ਮੈਂ ਕਿੰਨੀ ਵਾਰ ਝੂਠ ਬੋਲਿਆ। ਕਹਿਣ ਲੱਗਾ ਮਹਾਰਾਜ ਲਿਖਣਾ ਕੀ ਹੋਏਗਾ? ਕਹਿਣ ਲੱਗੇ ਤੈਨੂੰ ਪਤਾ ਹੋਏਗਾ ਨਾ ਮੈਂ ਕਿੰਨਾ ਝੂਠ ਬੋਲਿਆ। ਕਹਿਣ ਲੱਗੇ ਫਿਰ? ਕਹਿਣ ਲੱਗੇ ਬਸ ਮਹੀਨੇ ਮਗਰੋਂ ਚੁੱਪਚਾਪ ਕਾਪੀ ਮੈਨੂੰ ਲਿਆ ਦੇਈ, ਅਸੀਂ ਕਾਪੀ ਦੇਖ ਲਾਂਗੇ, ਹੋਰ ਤੈਨੂੰ ਕੁਛ ਨਹੀਂ। 1 ਮਹੀਨਾ ਲੈ ਕੇ ਆਇਆ, ਮੰਨ ਲਓ 100 ਵਾਰ ਝੂਠ ਬੋਲੇ। ਜਦੋਂ ਮਹਾਰਾਜ ਦੇ ਅੱਗੇ ਕਾਪੀ ਖੋਲੀ, ਗਿਣਤੀ ਕੀਤੀ, ਮਹਾਰਾਜ 100 ਵਾਰ ਝੂਠ ਬੋਲੇ। ਥੋੜ੍ਹੀ ਜਿਹੀ ਆਪਣੇ ਅੰਦਰ ਗਲਾਨੀ ਆਈ, ਅਰਦਾਸ ਕੀਤੀ ਮਹਾਰਾਜ ਕਿਰਪਾ ਕਰੋ ਝੂਠ ਘਟ ਜਾਏ। ਕਹਿੰਦੇ ਨੇ 6 ਮਹੀਨੇ ਲੱਗ ਗਏ ਉਸ ਨੂੰ, ਇਹ 100 ਤੋਂ ਘਟਦਾ 6ਵੇਂ ਮਹੀਨੇ ਆਇਆ ਤੇ ਕਾਪੀ ਖਾਲੀ ਕੋਰੀ ਲੈ ਕੇ ਹੱਸਦਾ ਚਲਿਆ ਆਵੇ। ਮਹਾਰਾਜ ਕਹਿਣ ਲੱਗੇ ਬੜਾ ਖੁਸ਼ ਹੈ।
कहने लगा महाराज आप दी किरपा हो गई। कहने लगे सारा महीना झूठ ही नहीं बोलिया। महाराज कहने लगे हुण कोई चौधराहट विच कोई सरपंची च कोई फर्क पिया? कहने लगे नहीं सगों प्रेम वध गया। ਜਿਹੜੇ ਵਿਰੋਧੀ ਤੱਤ ਸੀ ਨਾ ਪਿੰਡਾਂ 'ਚ ਹੁੰਦੇ ਧੜੇਬਾਜ਼ੀ ਥੋੜ੍ਹੀ ਬਹੁਤੀ ਜਿਵੇਂ ਇਲੈਕਸ਼ਨਾਂ 'ਚ ਹੁੰਦੀ ਹੈ, ਇਹ ਵੀ ਮਿਟ ਗਈ ਹੈ। ਹੁਣ ਅਗਲੇ ਨੂੰ ਪਤਾ ਲੱਗ ਗਿਆ ਵੀ ਇਹ ਸਰਪੰਚ ਝੂਠ ਨਹੀਂ ਬੋਲਦਾ, ਝੂਠ ਦਾ ਫੈਸਲਾ ਨਹੀਂ ਕਰਦਾ, ਸੱਚ ਹੀ ਬੋਲਦਾ ਹੈ। ਕਿਸੇ ਨੂੰ ਕੌੜਾ ਲੱਗ ਜਾਂਦਾ, ਕਿਸੇ ਨੂੰ ਮਿੱਠਾ ਲੱਗ ਜਾਂਦਾ ਹੈ, ਪਤਾ ਵੀ ਇਹ ਸੱਚ ਹੀ ਬੋਲਦਾ ਹੈ। ਇਸ ਕਰਕੇ ਸਾਰੇ ਪ੍ਰੇਮ ਕਰਨ ਲੱਗ ਪਏ। ਮਹਾਰਾਜ ਕਹਿੰਦੇ ਕਿ ਬਸ ਸਮਾਂ ਲੱਗਦਾ। ਯਾਦ ਰੱਖਣਾ ਸਾਨੂੰ ਵੀ ਸਮਾਂ 'ਤੇ ਲੱਗਣਾ, ਕਿਉਂਕਿ ਹਰ ਚੀਜ਼ ਦੀ ਕੀਮਤ ਸਮਾਂ ਹੀ ਹੈ। ਆ ਸੰਸਾਰ ਦਾ ਭਾਵੇਂ ਅਸੀਂ ਧਨ ਕਮਾਉਣਾ ਹੈ ਅਤੇ ਭਾਵੇਂ ਨਾਮ ਦਾ ਧਨ ਕਮਾਉਣਾ ਹੈ, ਕੀਮਤ ਸਮੇਂ ਦੇ ਰੂਪ ਵਿੱਚ ਸਾਨੂੰ ਪੇ ਕਰਨੀ ਪੈਣੀ ਆ। ਬਾਜ਼ਾਰ ਵਿੱਚ ਦਿਹਾੜੀ ਪੂਰੀ ਲਾਉਂਦੇ ਨੇ ਬਜ਼ੁਰਗ, ਤਾਂ ਹੀ ਜਾ ਕੇ ਸ਼ਾਮ ਨੂੰ ਕਿਤੇ 4 ਪੈਸੇ ਮਿਲਦੇ ਨੇ ਨਾ। ਆ ਜੋਬ ਕਰਨ ਵਾਲੇ ਬੱਚੇ 8-8 10-10 ਘੰਟੇ ਮਿਹਨਤਾਂ ਕਰਦੇ ਨੇ, ਤਦ ਕਿਤੇ ਜਾ ਕੇ ਸ਼ਾਮ ਨੂੰ ਆਪਣੀ ਦਿਹਾੜੀ ਲਿਖ ਕੇ ਆਉਂਦੇ, ਆਪ ਜੀ ਇੰਨੇ ਦਿਨ ਕੰਮ ਕੀਤੇ। ਅਤੇ ਭਾਈ ਅਸੀਂ ਵੀ ਆਪ ਨੇ ਤਾਂ ਪੜ੍ਹਿਆ ਹੋਣਾ, ਕੁਛ ਲਾਹਾ ਖੱਟਿਓ ਦਿਹਾੜੀ, ਵੀ ਕੁਝ ਲਾਹਾ ਖੱਟਿਆ ਦਿਹਾੜੀ ਦਾ। ਅਸੀਂ ਤਾਂ ਲਾਹਾ ਕਿਹੜਾ ਖੱਟੀਏ? ਠੀਕ ਹੈ, ਕਿਰਤਾਂ ਦੀ ਵਿਆਖਿਆ ਅਸੀਂ ਇੱਥੇ ਨਹੀਂ ਕਰਦੇ, ਉਹ ਕਿਰਤ ਦੀ ਵਿਆਖਿਆ ਸਮਾਜਿਕ ਅਤੇ ਪਰਿਵਾਰਕ ਅਲੱਗ ਕੀਤੀ ਜਾਂਦੀ ਹੈ। ਇੱਥੇ ਕਰਦੇ ਵੀ ਕੀ ਅਸੀਂ ਦਿਹਾੜੀ ਜੋਗਾ ਵਾਹਿਗੁਰੂ ਕੀਤਾ। ਜਿਤਨਾ ਕਰਤਾ ਪੁਰਖ ਦੀ ਬਰਕਤਾਂ ਨੂੰ ਵਰਤੇ ਆਏ ਕਿ ਉਹਨਾਂ ਅਸੀਂ ਕੀਤਾ, ਅਤੇ ਜੇ ਉਹਨਾਂ ਕਰਨ ਲੱਗ ਪਏ ਤਾਂ ਹੌਲੀ ਹੌਲੀ ਜਾਗ ਆ ਹੀ ਜਾਏਗੀ। ਅੱਜ ਨਹੀਂ ਤਾਂ ਕੱਲ੍ਹ ਜਾਗਾਂਗੇ। ਦਾ ਤਰੀਕਾ ਹੀ ਕੋਈ ਸ਼ਬਦ ਦੇ ਹਉਮੈ ਮਾਰੀ। ਸ਼ਬਦ ਦਾ ਪੜ੍ਹਨਾ, ਸ਼ਬਦ ਦਾ ਸੁਣਨਾ, ਸ਼ਬਦ ਦਾ ਵਿਚਾਰਨਾ, ਸ਼ਬਦ ਦਾ ਅਭਿਆਸ ਕਰਨਾ, ਜਿਹਨੂੰ ਕਮਾਈ ਕਹਿੰਦੇ ਨੇ। ਅਸੀਂ ਅਭਿਆਸ ਨੂੰ ਸਮਝਦੇ ਕਿ 2-4-10 ਵਾਰ ਪੜ੍ਹ ਲਿਆ ਯਾਦ ਹੋ ਗਿਆ। ਨਹੀਂ, ਅਭਿਆਸ ਦਾ ਮਤਲਬ ਹੁੰਦਾ ਉਸ ਵਿਚਾਰ ਨੂੰ ਅੰਦਰ ਪਾ ਲੈਣਾ। ਗੁਰਦੇਵ ਕੀ ਕਹਿ ਰਹੇ ਨੇ? ਠੀਕ ਹੈ, ਸਾਨੂੰ ਸਾਰਾ ਨਹੀਂ ਸਮਝ ਆਏਗਾ, ਸਾਰਾ ਸਮਝ ਕਦੇ ਆ ਵੀ ਨਹੀਂ ਸਕਦਾ, ਕਿਉਂਕਿ ਮਹਾਰਾਜ ਬਹੁਤ ਵੱਡੇ ਨੇ, ਉਹ ਸਾਗਰ ਹੈ, ਅਤੇ ਸਾਡਾ ਦਿਮਾਗ ਕਿੰਨਾ ਕੋਈ ਕਟੋਰੇ ਜਿੰਨਾ ਵੀ ਨਹੀਂ ਗਾ। ਸਾਰਾ ਨਹੀਂ ਆ ਸਕਦਾ, ਪਰ ਸਾਡਾ ਦਿਲ ਦਿਮਾਗ ਕਟੋਰਾ 'ਤੇ ਭਰ ਸਕਦਾ ਹੈ ਨਾ। ਸਾਗਰ 'ਤੇ ਬੇਅੰਤ ਰਹਿਣਾ, ਕਟੋਰਾ ਭਰਨਾ, ਸਾਗਰ 'ਤੇ ਕੋਈ ਫਰਕ ਨਹੀਂ ਪੈਣਾ, ਪਰ ਸਾਨੂੰ ਪਰਿਪੂਰਨਤਾ ਮਿਲ ਜਾਣੀ ਹੈ, ਅਸੀਂ ਭਰ ਜਾਵਾਂਗੇ। ਗੁਰਦੇਵ ਕਿਰਪਾ ਕਰਨ, ਅਸੀਂ ਇਸ ਅਨੰਤ ਅਥਾਹ ਸਾਗਰ 'ਚੋਂ ਜਿਤਨਾ ਕੁ ਪ੍ਰਾਪਤ ਕਰਾਂਗੇ ਅਸੀਂ ਭਰਾਂਗੇ। ਅਸੀਂ ਸ਼ਬਦ ਨੂੰ ਜਿਵੇਂ ਅੱਜ ਕਹਿੰਦੇ ਨੇ, ਜਿਸ ਕੇ ਸਿਰ ਉੱਪਰ ਤੂੰ ਸੁਆਮੀ ਸੋ ਦੁੱਖ ਕੈਸਾ ਪਾਵੇ। ਸਾਡੇ ਅੰਦਰ ਕਿੰਨਾ ਕੁ ਖਿਆਲ ਗਹਿਰਾ ਹੋਏਗਾ ਮੈਨੂੰ ਨਹੀਂ ਪਤਾ, ਕਿਉਂਕਿ ਹਰ ਇੱਕ ਦੀ ਪ੍ਰਾਪਤੀ ਆਪੋ ਆਪਣੀ ਹੈ। ਬੋਲ ਨਾ ਜਾਣੇ ਮਾਇਆ ਮਤ ਮਾਤਾ, ਮਰਨਾ ਚੀਤ ਨ ਆਵੇ, ਇਹ ਰਹੱਸਵਾਦ ਹੈ। ਜਦੋਂ ਪਹਿਲੀ ਤੁਕ ਦੀ ਗੱਲ ਥੋੜ੍ਹੀ ਥੋੜ੍ਹੀ ਸਮਝ ਆਉਣ ਲੱਗ ਪਏਗੀ ਅਤੇ ਦੂਜੇ ਪਾਸੇ ਤਦ ਅੱਗੇ ਵਧਾਂਗੇ ਵੀ ਜਿਹੜਾ ਇਸ ਪਥਾਂ 'ਤੇ ਪਹੁੰਚ ਜਾਂਦਾ ਕਿ ਮੇਰੇ ਸਿਰ 'ਤੇ ਮੇਰਾ ਗੁਰੂ ਹੈ, ਉਹ ਹੰਕਾਰ ਦਾ ਬੋਲ ਬੋਲਣਾ ਭੁੱਲ ਜਾਏਗਾ। ਬੋਲ ਨਾ ਜਾਣੇ ਮਾਇਆ ਮਦ ਮਾਤਾ, ਉਹ ਮਾਇਆ ਦੀ ਮਸਤੀ ਵਾਲੇ ਬੋਲ ਨਹੀਂ ਬੋਲੇਗਾ। ਹੌਲੀ ਹੌਲੀ ਇਹ ਚੀਜ਼ਾਂ ਛੁੱਟ ਜਾਏਗਾ, ਅਤੇ ਫਿਰ ਮਰਨਾ ਚੇਤ ਨਹੀਂ ਆਵੇ, ਮਰਨ ਦਾ ਡਰ ਵੀ ਮਿਟ ਜਾਏਗਾ। ਜਿਵੇਂ ਹੰਕਾਰੀਆਂ ਨੂੰ ਮਰਨਾ ਚਿੱਤ ਨਹੀਂ ਆਉਂਦਾ ਨਾ, ਪਿਆਰੇ ਮਰਨਾ ਤੋਂ ਡਰ ਭੁੱਲ ਜਾਂਦੇ ਨੇ। ਫਿਰ ਹੌਲੀ ਹੌਲੀ ਟਿਕ ਜਾਏਗਾ, ਮੇਰੇ ਰਾਮ ਰਾਏ ਤੂੰ ਸੰਤਾਂ ਕਾ ਸੰਤ ਤੇਰੇ। ਹੌਲੀ ਹੌਲੀ ਵਿਸ਼ਵਾਸ ਵੱਧ ਜਾਏਗਾ, ਅਤੇ ਫਿਰ ਤੀਜਾ ਪੜਾਅ ਚੌਥਾ ਮਿਲੇਗਾ, ਤੇਰੇ ਸੇਵਕ ਕਉ ਪਾਉ ਕਿਛ ਨਾਹੀਂ, ਜਮ ਨਹੀਂ ਆਵੇ ਨੇਰੇ। ਹੌਲੀ ਹੌਲੀ ਵਿਚਾਰ ਗੱਲਾਂ ਅੰਦਰ ਟਿਕਣ ਲੱਗ ਪੈਣਗੀਆਂ। ਔਰ ਇਹਦੇ ਵਾਸਤੇ ਜਾਗਣਾ ਜ਼ਰੂਰੀ ਜੇ ਭਾਈ, ਜਾਗ ਕੇ ਪੜ੍ਹੀਏ, ਚੇਤਨਤਾ 'ਚ ਪੜ੍ਹੀਏ। ਇਸੇ ਕਰਕੇ ਕਹਿੰਦੇ ਹਾਂ ਬਾਣੀ ਥੋੜ੍ਹੀ ਪੜ੍ਹੋ, ਬਾਣੀ ਬਹੁਤੀ ਪੜ੍ਹੋ, ਹੋਸ਼ ਵਿੱਚ ਪੜ੍ਹੋ, ਚੇਤਨਤਾ। ਸੁੱਤੇ ਪੜ੍ਹੇ ਨਾ ਵੀ ਹਾਂ ਜੀ ਪੜ੍ਹ ਛੱਡਿਆ, ਪੜ੍ਹਨ ਮਤ ਛੱਡੀਏ। ਅਸੀਂ ਕਹਿੰਦੇ ਹਾਂ ਨਿਤਨੇਮ ਕਰ ਛੱਡਿਆ, ਕਰਤਾ ਤੇ ਛੱਡਤਾ, ਪੱਲੇ ਤੇ ਕੁਝ ਨਾ ਪਿਆ। ਅਸਾਂ ਪਾਠ ਕਰ ਛੱਡਿਆ, ਪੱਲੇ ਸਾਡੇ ਕੀ ਹੈ? ਪਤਾ ਨਹੀਂ ਕਿੰਨੇ ਕੁ ਪਾਠ ਕਰ ਛੱਡੇ ਅਸਾਂ। ਸਾਡੇ ਪ੍ਰੋਫੈਸ਼ਨ ਅਸੀਂ ਪਾਠੀ ਹਾਂ, ਪਤਾ ਨਹੀਂ ਕਿੰਨੇ ਕੁ ਪਾਠ ਅਸਾਂ ਕਰ ਛੱਡੇ ਨੇ। ਕਰਦੇ ਛੱਡਦੇ ਨਹੀਂ, ਛੱਡੀਏ ਮਤ, ਪਾਠ ਕਰੀਏ, ਪਾਠ ਨੂੰ ਸਵੀਕਾਰ ਕਰੀਏ। ਇੱਕ ਸ਼ਬਦ ਪੜ੍ਹੀਏ ਦਿਹਾੜੀ ਦਾ, ਇੱਕ ਚੌਪਈ ਪੜ੍ਹੀਏ, ਇੱਕ ਅਸ਼ਟਪਦੀ ਪੜ੍ਹੀਏ, ਜਪਜੀ ਸਾਹਿਬ ਦੀ ਇੱਕ ਪੌੜੀ ਪੜ੍ਹ ਲਈ ਜਾਏ, ਜੀਵਨ ਮੁਬਾਰਕ ਹੋ ਸਕਦਾ ਹੈ। ਜਾਗਰਤੀ ਆ ਸਕਦੀ, ਚੇਤਨਤਾ ਆ ਸਕਦੀ ਹੈ। ਜਾਗਤ ਰਹੇ ਤਿਨੀ ਪ੍ਰਭ ਪਾਇਆ, ਸ਼ਬਦੇ ਹਉਮੈ ਮਾਰੇ। ਅੰਦਰ ਦੇ ਇਸ ਅਹੰਕਾਰ ਨੂੰ ਮਿਟਾਉਣ ਵਾਸਤੇ ਅਤੇ ਜਾਗਰਤੀ ਵਾਸਤੇ ਕੁਝ ਕਰਨਾ ਲੋੜੀਏ। ਭਾਈ ਸਾਹਿਬ ਨੇ ਸਾਡੇ ਤੋਂ ਇੱਕ ਅਭਿਆਸ ਕਰਾਇਆ ਸੀ, ਕਿਤੇ ਆਪ ਕਰ ਸਕਦੇ ਹੋ।
बस ज़्यादा नहीं, रोज़ एक पौड़ी जपजी साहब की पढ़नी है, अर्थां समेत पढ़नी है। तो जितना समा पढ़द्या लाउणा है, अर्थ पढ़द्या लाउणा है, उतना समा फिर उस पौड़ी में शांत होकर विचारना। महाराज कह की रहे ने, सवा कु महीने का अभ्यास है। बस रोज़ एक पौड़ी, मन लिया सी पढ़ गावे को ताण होवे किसे ताण पढ़ लिया, आखरी अर्थ पढ़ ले, वो तो टीकाकारी अर्थां तो मिल जाते ना, वो आखरी अर्थ पढ़ ले। उस तो बाद कम से कम घड़ी को उस विचार नूं समझना भी किवें गवाया जाता है, की हुंदा, की समझ आउंदा है। फिर सारा दिन उस विचार नूं अंदर पा छड़ना। सवा कु महीने बाद देखना जीवन च बाहरली तब्दील नहीं, किसी अमीर गरीब हो जाएंगे, नहीं, अंदर शांत हो जाएगा। बहुत सारे मैले विकार ते विचार सुते से दी पता ही नहीं किधर चले जाएंगे। ईर्खा करन दी बिरती, निंदा करन दी बिरती अपने आप टल जाएगी, खेड़ा जा जाएगा। करके तो देखना कते, बहुत वड्डा अभ्यास नहीं कि 40 कुछ दिन की मेहनत है ना, कर लेना भाई। और कोई टाइम बाउंड भी नहीं, कोई सवेरे 4 बजे करना कि 3 बजे करना, जद मर्जी कर लो, जदों फुरसत मिले उदों कर लो। पर शब्द ही है जो हौमे नूं मिटा सकेगा, क्योंकि शब्द विच दवाई है। दवाई शब्द सब रोका औखद नाम है ना, तो नाम तो शब्द विच है। महाराज जिन्होंने ये बरकत मिल गई, ਜਿਹੜੇ शब्द के सदके जाके उन्हों के बाबत कोई व्याख्या, कोई दूजा भाव कहन लगे, उन्हों का जीवन किदां दा होएगा। ਜਿਹੜੇ जागृत ने ते जिन्हां दी हौमै शब्द के सदके मिट गई, उन्हों का स्वरूप समझ आवे कैसा होएगा। गिरही महै सदा हर जन उदासी। वो ये नहीं कि घर बार छड्ड के किते पहाड़ां ते चले जाणगे, नहीं, वो अमीर गरीब का चर्चा भी नहीं है, घर बार छड्डणगे भी नहीं। जिवें सोचा पा असीं किहड़ा बाबे बनना है, आ साडे घर च आम ही गल है ना, नहीं। जिहड़े शब्द के सदके जाग जाणगे वो घर विच ही रहणगे। गिरही महै सदा हर जन उदासी, घर विच ही रहणगे, उदास रहणगे। ये उदास डिप्रेशन वाला उदास नहीं है, सगों खेड़े विच होणगे पर माया तो उदास रहणगे, माया की प्रकृति तो उदास हो जाएंगे, माया के विकारां तो उदास होणगे। उदास का मतलब चुप कर जाएंगे। हुण उन्हां दा मन माया के लफेड़ियां दे विच, माया के चक्रां दे विच, माया के उलझण दे विच नहीं उलझेगा, शांत होकर टिके रहणगे। जिवें संसार च कोई व्यक्ति उदास होवे तो चुप करके बैठा हुंदा है। असीं कहने की गल है, आंदा जज मन उदास है, हੱਸਣ ਨੂੰ चित नहीं करता। साडे घरां च ऐसा हुंदा है ना। तो जिस दे उत्ते गुर शब्द का प्रभाव पै जाएगा, उहदा चित्त माया दे नाल खेडण नूं नहीं करेगा। वो परिवार नाल ते खेडेगा, गल्लां बातां ते करेगा, दुख सुख की सांझ ते करेगा, पर निंदा चुगली दी खेडां विच नहीं जाएगा। संसार दे साडीआं परिवारक खेडां हुंदियां, निंदा चुगली, ईर्खा, भैणां ने की कीता, भरावां ने की कीता, वो की करदा, वो की करदा, वो इन्हां गल्लां दे विच उदास हो जाएगा। ते गुरुदेव किरपा करन असीं बचीए इन्हां तो। लोग की करते हैं, आपने वेख्या होना है, अज सवेरे सवेरे अगर तब ध्यान होर उच्चा उठ गया हो तो कदे कोशिश करया करिए। आ श्रीमुख वाक मिले ना, इनू पढ़ के फिर तां देखा करिए। दुनिया ना सलाहे जो मरवंज सी, लोका ना सलाहे जो मर खाक थी। रोज़ाना किते इस लिंक नूं जोड़ के देखिए, बहुत कुछ मिलेगा। असीं तो दुनिया के एक दूजे के लिंक ही जोड़ते रह गए ना, शब्द के लिंक नूं जोड़ के देख। गुरु की कह रहे हैं, इत्थे की कह रहे हैं, गिरही महै सदा हर जन उदासी। वो घर परिवार विच है, संपूर्ण गृहस्थी है, पर उदास है। उदास का मतलब माया वालों उदास हो गया। हुण करदा की है जी, उदास व्यक्ति नूं करिए, दुनिया के उदास व्यक्ति नूं करे तो चुपचाप बैठा है, ना खा रहा, ना पी रहा, ना हस रहा, ना बोल रहा। साडे परिवार च जो उदास ने, जो डिप्रेशन के शिकार ने, पर आ उदास जिहड़ा हुंदा नहीं, ज्ञान तत्त विचारी, वो ज्ञान के तत्त का विचारवान हो जाता है। जदों गल करेगा गंभीर गल करेगा, उहदे हासे विच भी ते रोने विच भी गंभीरता होएगी। वो टिक जाएगा। जो नर दुख मैं दुख नहीं मानै, सुख सने और भै नहीं जाके, कंचन माटी मन का सुभाव मिल जाएगा। ज्ञान तत्त विचारी, वो ज्ञान का जो तत्त है, तत्सार है, याद रखना। तत्सार कित्थे जे, फिर कहता शब्द विच ही जे।
कितना मिलेगा मैनू अजे नहीं पता कि कितना सानू मिलेगा, क्योंकि हर एक की प्राप्ति आपो अपनी। ये तो तत्सार सागर है, पर उस सागर विचों कितना लैके आवांगे मैनू नहीं पता। हर आपो अपना। मस्कीन सन बड़ी प्यारी गल कही है, दरिया भरिया है, असां अपने घर पानी लैके आना है। कितना लैके आउणगे? जितना तुहाडे कोल बर्तन है। दरिया भी खुला वगदा है, मिठा ठंडा शुद्ध पानी है। साडे घर जरूरत भी है, प्यास भी है। हुण मेरी ड्यूटी लगी पानी भर के लियाउणा, कितना लैके आवांगा? जितना मेरे को वक्त ते भांडा होएगा। बई किसी को गागर होएगी, गागर भर लेगा, पर किसी को छोटा वड्डा डोल। हसते हुंदे सी कदे भी जे तेरे को चमचा है तो वध तो चमचा भर लेगा, क्योंकि बुक भर के तो घर तक आउणा कोई नहीं, भांडे च पै के ही आउणा है। हुण तेरा भांडा कितना वड्डा है? जितना वड्डा तेरा भांडा होएगा, जितना विशाल तेरा भांडा होएगा, उतना ही इस दरिया तो तेन पानी मिल जाएगा। उतना पानी लिया के तू अपने घर की जरूरतां पूरियां कर लेंगा। तो जे भराई तेरे को भांडा कोई नहीं, दरिया विच बह के तो तू इशनान कर सकदा, पी सकदा, पर घर लिया के कुछ नहीं। इस करके भांडे का होना बहुत जरूरी है। तो भांडा साफ भी चाहिए। रोज़ाना पढ़ते आ, गुरु द्वारे होए सोझी पाए सी, एत द्वारे धोए हच्छा होए सी। इस अंदर के भांडे नूं साफ करिए तो सतसंगत दरिया तो इस भांडे नूं भर के अपने घर ले जाइए, ताकि साडी प्यास भी बुझे, जरूरतां भी पूरियां होण, ते लोड़ पैण ते परिवार के किसी होर जी की प्यास भी बुझ सकती है। जे तों ज्ञान तत्त नूं अपने हिरदे रूपी भांडे च घर तक लै गए तां। पर अफसोस असां तो जुड़े घर तक नहीं जाता, क्योंकि असीं बुक भर के ले जाना चाहने तो बुक चो जाता है, फिर तो घर तक जाना ही नहीं। जितना को प्राप्त करी उसनूं कंट्रोल कवर करया करी। जिन हर पाया तेन छुपाया, तो मतलब लुकाना नहीं है, कवर करके रखना है। ईरखा निंदा चुगल तो बचा के रखना है, अपने आप को बचाना है। जिहड़े शब्द सदके टिक गए उन्हां दा जीवन दर्शन है, गिरही मैं हर जन सदा हर उदासी, ज्ञान तत्त विचारी। फिर की कहने लगे प्राप्ति किवें हुंदी? ये किवें होएगा? मैनू जागृति, मैं किवें जागांगा? तीसरी तुक च बड़े प्यार नाल कहने लगे, सतगुर सेव सदा सुख पाया। प्यारे मिलना सतगुर की सेवा दे सदके जी। एक बचन है, बिन सतगुर सेवे बहुता दुख लागा, जुग चारे परमाई, हम दीन तुम जुग जुग दाते, शब्दे देह बुझाई। असी कहने हर जियो किरपा करो तुम प्यारे, सतगुर दाता मेल मिलावो। ते अज कहने लगे वही सतगुर दाता जो अरदास है ना, मेल मिलावो। कहने लगे सतगुर सेव सदा सुख पाया। भाई जिसने भी सुख प्राप्त किया है, सतगुरु की सेवा दे सदके ही सुख प्राप्त किया है। पिछे एक बचन पढ़ रहे सां असीं, अहनिस गुर के चरण सरे वहो। हुक्म सी वो बड़ा प्यारा हुक्म है गुरु नानक पातशाह का। अहनिस गुर के चरण सरे वहो। सरे वो शब्द सेवा ते सिमरन का मिक्सचर है। सिमरन भी ते सेवा भी। तो चरणों की शब्द चरण, चरण का मतलब है शब्द। शब्द की विचार करदियां करदियां कर्म किरत करनी है, क्योंकि सेवा शारीरिक तौर पर कोई कर्म है, जो सेवा है कोई शारीरिक क्रिया है, तो सिमरन मानसिक क्रिया है। दोनों क्रियावां ने ना। सेवा शारीरिक तौर पर करनी है, सिमरन मन तौर पर करना है, तो दोनों कट्ठियां करना है। किरत करनी है तो नाम जपना है, दिन रात करना है। हुण किरत असीं दिन रात नहीं करते ना, असीं कोई लोग किरत 8-10 घंटे ही करते हैं। भी व्यापार सारा दिन हट्टी थोड़ा बैठा रहता, कोई सारा दिन कोई जॉब से थोड़ा रहता, 8 घंटे 10 घंटे होएगा। पर भाई सानू जो मिले है ना, ये 24 घंटे का है, ये लगातारता है। दिन राती आरा दो प्यारो, दिन रात है। कदों जदों होश आ जाए, जदों जागृति आ जाए, उदों वाहिगुरू वाहिगुरू वाहिगुरू। ओही जो भी काम करते हुए, जिथे भी काम करते हुए, हे सच्चे पातशाह तेरा शुक्र है। असीं इस नूं नहीं मेनटेन कर पा रहे। ठीक है, ज्ञान खंड विच सानू प्राप्तियां हन, पर यह साडे ध्यान विच नहीं उतर पा रहा कि असीं जिथे भी घर परिवार संसार च बैठे जो भी संसार की किरत विहार कर रहे हैं, वो करदियां होइयां ही सिमरन हो सकता है, शुकराना हो सकता है, तो बेईमानी भी हो सकती है।
ਮਨ 'ਚ ਖੋਟ ਵੀ ਹੋ ਸਕਦੀ, ਕਿਸੇ ਘਰ ਪਰਿਵਾਰ ਦੇ ਕਰਮ ਕਰਦੇ, ਵਿਹਾਰ ਕਰਦੇ ਮਨ ਖੋਟਾ ਨਹੀਂ ਰੱਖ ਸਕਦੇ। ਉਹ ਤਾਂ ਬੜੀ ਦੂਰ ਦੀ ਗੱਲ ਹੈ। ਆ ਕਥਾ ਕੀਰਤਨ ਕਰਦਿਆਂ ਵੀ ਮਨ 'ਚ ਖੋਟ ਹੋ ਸਕਦੀ ਹੈ ਨਾ, ਅਤੇ ਮਨ 'ਚ ਪ੍ਰੇਮ ਵੀ ਹੋ ਸਕਦਾ ਹੈ। ਹੁਣ ਇਹ ਕਰਮ ਹੈ ਸਾਡਾ। ਮੇਰਾ ਕਥਾ ਕਰਨਾ, ਕੀਰਤਨ ਕਰਨਾ ਸਾਡਾ ਕਿਰਤ ਹੈ, ਪਰ ਕਰਮ ਸਾਡੇ ਤੋਂ ਅੱਗੇ ਹੈ ਕਿ ਮਨ 'ਚ ਖੋਟ ਹੈ, ਕਿ ਮਨ 'ਚ ਪ੍ਰੇਮ ਹੈ, ਕਿ ਬੱਧੇ ਵਰਤੀ ਕਰਦੇ ਆ, ਕਿ ਕਿਸੇ ਨਫ਼ਰਤ ਕਰਕੇ। ਉਹ ਆਪੋ ਆਪਣਾ ਭਾਈ, ਤੁਸੀਂ ਬੈਠੇ ਸੁਣਦੇ ਹੋ, ਮਨ ਵਿੱਚ ਖੋਟ ਵੀ ਹੋ ਸਕਦਾ ਹੈ ਖਿਮਾ ਕਰਨਾ, ਅਤੇ ਮਨ 'ਚ ਪ੍ਰੇਮ ਵੀ ਹੋ ਸਕਦਾ ਹੈ। ਕਿਤਨਾ ਖੋਟ ਅਤੇ ਕਿਤਨਾ ਪ੍ਰੇਮ ਹੈ, ਇਹ ਆਪੋ ਆਪਣਾ ਹੈ। ਇਹੀ ਕਰਮ ਹੈ ਸਾਡਾ। ਇਹ ਕਰਮ ਹੀ ਫਲਦਾਇਕ ਹੈ, ਔਰ ਜੋ ਕਰਾਂਗੇ ਫਲ ਮਿਲੇਗਾ। ਕਰਮ ਹਮੇਸ਼ਾ ਫਲ ਦਿੰਦਾ ਹੈ, ਔਰ ਇਹੋ ਜਿਹੇ ਮੁਕਾਮਾਂ 'ਤੇ ਕੀਤਾ ਕਰਮ 'ਤੇ ਬਹੁਤ ਗਹਿਰਾ ਫਲ ਦਿੰਦਾ ਜੇ, ਕਿਉਂਕਿ ਇੱਥੇ ਜ਼ਮੀਨ ਬੜੀ ਵਧੀਆ ਹੈ। ਇਸ ਕਰਕੇ ਇੱਥੇ ਨਿੰਦਾ ਬੀਜਾਂਗੇ ਅਤੇ ਨਿੰਦਾ ਬੜੀ ਵਧੀਆ ਮਿਲੇਗੀ, ਪ੍ਰੇਮ ਬੀਜਾਂਗੇ ਅਤੇ ਪ੍ਰੇਮ ਵੀ ਬਹੁਤ ਵਧੀਆ ਮਿਲੇਗਾ, ਕਿਉਂਕਿ ਇਹ ਜ਼ਮੀਨ ਬੜੀ ਵਧੀਆ ਹੈ। ਇਸ ਕਰਕੇ ਨਾਮ ਬੋਵੋ ਬੋਵੋ, ਹੁਕਮ ਹੈ ਨਾ, ਅਬ ਕਲੂ ਆਇਓ ਰੇ, ਇੱਕ ਨਾਮ ਬੋਵੋ ਬੋਵੋ, ਅਨ ਰੁੱਤੇ ਨਾਹੀ ਨਾਹੀ, ਮਤ ਭਰਮ ਭੂਲੋ ਭੂਲੋ। ਮਤਾਂ ਕਿਸੇ ਭਰਮ 'ਚ ਪੈ ਜਾਓ। ਆ ਸਰੀਰ ਖੇਤ ਜੋ ਬੀਜੀ ਹੈ, ਸੋ ਅੰਤ ਖਲੋਇਆ ਹੈ, ਹੋ ਜਾਣਾ ਹੈ। ਅਤੇ ਫਿਰ ਕਿਉਂ ਨਾ ਸੇ ਵਾਹਿਗੁਰੂ ਵਾਹਿਗੁਰੂ। ਜੋ ਸੰਸਾਰ ਦਾ ਵਿਹਾਰ ਕਿਰਤ ਮਿਲਿਆ ਹੈ, ਉਹ ਕਰਦਿਆਂ ਜਪਿਆ ਜਾ ਸਕਦਾ। ਗੁਰੂ ਨਾਨਕ ਤੇ ਹੀ ਕਹਿੰਦੇ ਨੇ, ਬਾਕੀ ਕੋਈ ਕਹਿੰਦਾ ਪਤਾ ਨਹੀਂ ਪਈ। ਆਪਾਂ ਕਿਸੇ ਦੇ ਮਗਰ ਕਿਉਂ ਲੱਗਦੇ ਹਾਂ। ਜਗਤ ਗੁਰੂ ਨਾਨਕ ਤੇ ਕਹਿੰਦੇ ਨੇ, ਕਿਰਤ ਕਰੋ ਤੇ ਨਾਮ ਜਪੋ। ਸਤਿਗੁਰ ਸੇਵ, ਸਤਿਗੁਰੂ ਦੀ ਸੇਵਾ ਦੇ ਸਦਕੇ ਹੀ ਸੁਖ ਪਾਇਆ। ਮਹਾਰਾਜ ਸਤਿਗੁਰੂ ਦੀ ਸੇਵਾ ਕਿੱਦਾਂ ਕਰਦੇ ਨੇ? ਉਹ ਕੀ ਘਰ ਦੇ ਕੰਮ ਨਹੀਂ ਕਰਦੇ? ਫਿਰ ਜਿਵੇਂ ਸਾਨੂੰ ਅਜੇ ਤੱਕ ਸਾਡੇ ਦਿਲ ਦਿਮਾਗ ਖਾਨੇ 'ਚ ਗੱਲ ਪਾਤੀ ਲੋਕਾਂ ਨੇ, ਇਹ ਸੇਵਾ ਕਰਨ ਵਾਸਤੇ ਤੇ ਘਰ ਤੋਂ ਬਾਹਰ ਆਉਣਾ ਪੈਂਦਾ। ਜੇ ਕੋਈ ਇੱਥੇ ਆਓਗੇ ਤਾਂ ਹੀ ਝਾੜੂ ਫੇਰੋਗੇ ਤੇ ਸੇਵਾ ਕਰੋਗੇ, ਇੱਥੇ ਆਓਗੇ ਤੇ ਇੱਥੇ ਪਾਣੀ ਨਾਲ ਫਰਸ਼ ਧੋਗੇ ਤੇ ਸੇਵਾ ਕਰੋਗੇ। ਉਹ ਭਾਈ ਇੱਥੇ ਆ ਕੇ ਵੀ ਤੇ ਭਾਂਡੇ ਹੀ ਮਾਂਜਦੇ ਹੋ, ਤੇ ਜੇ ਭਾਂਡੇ ਘਰ ਮਾਂਜ ਲਓ ਤੇ ਕੀ ਫਰਕ ਪੈਂਦਾ? ਇੱਥੇ ਆ ਕੇ ਵੀ ਤੇ ਝਾੜੂ ਲਗਾਉਂਦੇ ਹੋ, ਜੇ ਘਰ ਝਾੜੂ ਲਗਾ ਲਓਗੇ ਤੇ ਕੀ ਫਰਕ ਪੈਂਦਾ? ਇੱਥੇ ਆ ਕੇ ਉਹ ਦਰੀਆਂ ਚਾਦਰਾਂ ਝਾੜੂ ਪੋਛਾ ਕਰਦੇ ਹੋ ਨਾ, ਤੇ ਘਰ ਕਰ ਲਓ। ਕਰਮ ਤੇ ਉਹੀ ਕਰਨਾ ਨਾ, ਤੇ ਉਹਨੂੰ ਸੇਵਾ ਕਰ ਲਓ। ਪਰ ਅਸੀਂ ਨਹੀਂ ਕਰ ਪਾ ਰਹੇ। ਸੋ ਜੇ ਉੱਥੇ ਜਾ ਕੇ ਕਰਾਂਗੇ ਵੀ ਜਿਹੜੇ ਸੰਸਾਰ 'ਚ ਜੀ ਨੇ ਉਹਨਾਂ 'ਚ ਰੱਬ ਵਸਦਾ ਹੈ, ਅਤੇ ਪਰਿਵਾਰ 'ਚ ਜੀ ਨੇ ਉਹਨਾਂ 'ਚ ਨਹੀਂ ਰੱਬ ਵਸਦਾ। ਹਰ ਜੀਅ ਵਿੱਚ ਰੱਬ ਵਸਦਾ ਹੈ। ਅਤੇ ਜੇ ਹਰ ਇੱਕ ਜੀਅ 'ਚ ਰੱਬ ਵਸਦਾ ਹੈ, ਅਤੇ ਜਿੱਥੇ ਵੀ ਕਿਸੇ ਦੀ ਕੋਈ ਡਿਊਟੀ ਹੈ ਉਸ ਨੂੰ ਕਰੀ ਜਾਏ। ਕਿਤੇ ਵੱਖਰਾ ਕੁਝ ਕਰਨ ਦੀ ਜ਼ਰੂਰਤ ਹੀ ਨਹੀਂ, ਕਿਤੇ ਭੱਜ ਕੇ ਹੋਰ ਕੁਛ ਕਰਨ ਦੀ ਜ਼ਰੂਰਤ ਹੀ ਨਹੀਂ। ਉਹਾਂ ਤਉ ਜਾਈਏ ਜੋ ਉਹੀਆਂ ਨਾ ਹੋਏ। ਕਿ ਘਰ ਦੇ ਜੀਆਂ 'ਚ ਧੀਆਂ ਪੁੱਤਰਾਂ 'ਚ ਰੱਬ ਨਹੀਂ ਹੈ, ਕਿ ਭੈਣ ਭਰਾਵਾਂ 'ਚ ਰੱਬ ਨਹੀਂ ਹੈ? ਉਹਨਾਂ ਦੀ ਸੇਵਾ ਕਰੀਏ ਅਤੇ ਸਿਮਰਨ ਕਰੀਏ। ਇਹੀ ਤਾਂ ਗੁਰੂ ਨਾਨਕ ਦਾ ਮੂਲ ਸੰਕਲਪ ਅਤੇ ਮੂਲ ਕੰਸੈਪਟ ਇਹੀ ਹੈ ਵੀ ਸਾਨੂੰ ਕਿਧਰੇ ਵੱਖਰੇ ਜਾਣ ਦੀ ਲੋੜ ਨਹੀਂ ਹੈ। ਘਰ ਪਰਿਵਾਰ ਦੇ ਚਾਰ ਜੀ ਨੇ, ਚਾਹੁੰਦੀ ਰੱਬ ਬਣ ਕੇ ਸੇਵਾ ਕਿਉਂ ਨਹੀਂ? ਪਰ ਅਸਾਂ ਤੇ ਉੱਥੇ ਈਰਖਾ ਨਜ਼ਰ ਆਉਂਦੀ ਹੈ, ਤਾਤ ਪਰਾਈ ਨਜ਼ਰ ਆਉਂਦੀ ਹੈ, ਸਾਡਾ ਨਜ਼ਰ ਆਉਂਦਾ ਹੈ, ਸ਼ਰੀਕਾ ਨਜ਼ਰ ਆਉਂਦਾ ਹੈ। ਸ਼ਾਇਦ ਇਸੇ ਕਰਕੇ ਅਸੀਂ ਦੁਖੀ ਹਾਂ, ਕਲੁਸ਼ਿਤ ਹਾਂ। ਸਤਿਗੁਰ ਸੇਵ ਸਦਾ ਸੁਖ ਪਾਇਆ, ਹਰ ਰਾਖਿਆ ਉਰ ਤਾਰੀ ਭਲਿਓ। ਜਿਸ ਨੇ ਵੀ ਸੁਖ ਪਾਇਆ ਉਹਨੇ ਵਾਹਿਗੁਰੂ ਜੀ ਦੇ ਨਾਮ ਨੂੰ ਹਿਰਦੇ 'ਚ ਰੱਖਿਆ ਹੈ, ਅਤੇ ਵਾਹਿਗੁਰੂ ਜੀ ਦੇ ਨਾਮ ਨੂੰ ਹਿਰਦੇ 'ਚ ਰੱਖੀਏ। ਉਰਧਾਰ ਦਾ ਮਤਲਬ ਹੁੰਦਾ ਹਿਰਦੇ ਵਿੱਚ ਧਾਰਨ ਕਰਕੇ। ਜਿਵੇਂ ਅਸੀਂ ਕਦੇ ਕੋਈ ਕੀਮਤੀ ਮਾਲਾ ਮੋਤੀ ਗਹਿਣੇ ਹਾਰ ਗਲ 'ਚ ਪਾ ਲੈਂਦੇ ਹਾਂ, ਬੜਾ ਸਾਂਭ ਕੇ ਰੱਖਦੇ ਆ। ਜਿਨ੍ਹਾਂ ਨੇ ਕੀਮਤੀ ਸੋਨੇ ਦੇ ਹਾਰ ਗਲਾਂ 'ਚ ਪਾਏ, ਮੋਤੀਆਂ ਦੇ ਪਾਏ, ਦਿਨ ਰਾਤ ਸੰਭਾਲਦੇ ਹੋ ਨਾ, ਕਿਤੇ ਟੁੱਟ ਨਾ ਜਾਏ, ਕਿਉਂਕਿ ਨਾਜ਼ੁਕ ਹੁੰਦੇ ਨੇ। ਸੰਭਾਲ ਕੇ ਰੱਖਦੇ ਹੋ, ਸ਼ਾਨ ਵੀ ਬਣਦੀ ਹੈ ਅਤੇ ਕੀਮਤ ਵੀ ਸਦਾ ਬਾਜ਼ਾਰ ਤੁਹਾਡੇ ਕੋਲ ਕੀਮਤ ਹੈ। ਕਿਉਂਕਿ ਅਗਰ ਕਿਸੇ ਦੇ ਗਲ 'ਚ ਸੋਨੇ ਦਾ ਹਾਰ ਹੈ, ਖੁਦਾ ਨਾ ਖਾਸਤਾ ਜੇ ਕਿਤੇ ਬਾਹਰ ਜਾ ਕੇ ਪੈਸੇ ਨਹੀਂ ਗਏ, ਉਹਦੇ ਕੋਲ ਸੋਨੇ ਦਾ ਹਾਰ ਹੈ ਭਾਈ, ਬਹੁਤ ਲੋੜ ਪਏਗੀ ਤੇ ਵੇਚ ਕੇ ਪੈਸੇ ਤੇ ਕਮਾ ਲਏਗਾ ਨਾ। ਜਿੱਥੇ ਪਰਿਵਾਰ ਸੰਸਾਰ 'ਚ ਇੱਜ਼ਤ ਬਣਦੀ ਹੈ, ਹਮੇਸ਼ਾ ਦੀ ਇੱਕ ਪੂੰਜੀ ਕੋਲ ਰਹਿੰਦੀ ਹੈ। ਇਸੇ ਤਰ੍ਹਾਂ ਵਾਹਿਗੁਰੂ ਜੀ ਦੇ ਨਾਮ ਹਿਰਦੇ 'ਚ ਧਾਰ ਕੇ ਰੱਖੋ, ਹਿਰਦੇ ਧਾਰਨ ਕਰਕੇ ਰੱਖੀਏ। ਇਹਦੇ ਨਾਲ ਹਿਰਦੇ ਦੀ ਸ਼ਾਨ ਬਣੀ ਰਹਿੰਦੀ ਹੈ ਅਤੇ ਪੂੰਜੀ ਬਰਕਰਾਰ ਰਹਿੰਦੀ ਹੈ। ਹਰ ਰੱਖਿਆ ਔਰ ਥਾਰੀ। ਮਹਾਰਾਜ ਕੀ ਕਰੀ, ਸਾਡੀ ਤੇ ਹਾਲਤ ਕੁਝ ਹੋ ਰਹੀ ਹੈ। ਇਹ ਮਨੂਆ ਦਹਿ ਧਾਮ ਦਾ, ਪਰ ਸਾਡੀ ਹਾਲਤ ਇਹ ਹੈ ਕਿ ਇਹ ਮਨੂਆ ਦਹਿ ਦਿਸ਼ ਧਾਮ ਦਾ। ਸਾਡਾ ਮਨ ਤੇ ਦਸਾਂ ਦਿਸ਼ਾਵਾਂ ਵੱਲ ਭਟਕ ਜਾਂਦਾ ਹੈ। ਬੈਠੇ ਇੱਥੇ ਆ, ਆਪਣੇ ਆਪਣੇ ਹਿਰਦੇ ਨੂੰ ਕਿਤੇ ਆਪਾਂ ਇੱਕ ਪਲ ਵਾਸਤੇ ਝਾਤ ਪਾ ਕੇ ਦੇਖਾਂਗੇ ਨਾ ਕਿ ਅਸੀਂ ਇੱਥੇ ਵਾਕਈ ਬੈਠੇ ਹਾਂ, ਪਰ ਪਲ ਪਲ ਸਾਡਾ ਮਨ ਕਦੇ ਜੋੜੇ ਘਰ 'ਚ, ਕਦੇ ਸਕੂਟਰ ਪਾਰਕ ਕੀਤਾ, ਕਦੇ ਘਰ ਤਾਲਾ ਲਾਇਆ ਕਿ ਨਹੀਂ, ਬੱਚੇ ਉੱਠੇ ਕਿ ਨਹੀਂ,
बैल बजी कि नहीं, कोई आया कि नहीं, गैस बंद कि नहीं, दुकान का की इंतजामात, दिमाग दौड़ रहा होंदा है। इस दौड़ते हुए दिमाग नूं शांत करना चाहिए। कई थां ते धावत को धावै बहु भांति, ये धाउंदे तो मगर मगर असीं तुर पैंदे आ। नहीं, इस दौड़ते हुए नूं टिका के रखिए, इसनूं समझाइए भलिया की कर लेगा। मान लो इसे इत्थे बैठिया घर का चेता आ रहा है, दरवाज़ा खुला छुट गया, हुण की कर लोगे? दो ही ऑप्शन ने, जां ते जाओ भज जाओ भाई दरवाज़ा बंद करो, तो जे इत्थे बहना भी है तो फिर शांत हो जो होएगा देखी जाएगी, निश्चिंत जो जो होएगा सो देखी जाएगी। असीं भजदे फिरदे आ। महाराज कहण लगे यह मनुआ दह दिस धावंदा, ये मन दौड़दा पैदा। क्यों क्यों दौड़दा है? दूजे भाए खुआया, ਇਹਦੇ ਉੱਤੇ ਦੂਜੇ ਭਾਵ ਦਾ, ਦੂਜਾ ਭਾਵ ਮਾਇਆ ਹੁੰਦਾ ਹੈ। ਦੂਜੇ ਭਾਵ ਖਵਾਇਆ, ਖਵਾਇਆ ਕਹਿੰਦੇ ਨੇ ਭੁਲਾ ਦਿੱਤਾ, ਭਟਕਾ ਦਿੱਤਾ। ਆ ਜਿਵੇਂ ਕਦੇ ਕਦੇ ਅਸੀਂ ਕਿਸੇ ਉੱਪਰ ਜੇ ਸ਼ਹਿਰ 'ਚ ਹੋਈਏ, ਆ ਹੁਣ ਤਾਂ ਸਾਰਿਆਂ ਕੋਲ GPS ਲੱਗੇ ਨਹੀਂ ਸੀ, ਰਾਹ ਪੁੱਛਦੇ ਨਹੀਂ ਕਿਸੇ ਤੋਂ, ਨਹੀਂ ਤਾਂ ਕਈਆਂ ਤੋਂ ਮੁੜ 'ਤੇ ਖਲੋ ਕੇ ਰਾਹ ਪੁੱਛਣਾ, ਭਾਈ ਅਸੀਂ ਫਲਾਣੇ ਫਲਾਣੇ ਥਾਂ ਜਾਣਾ, ਰਾਹ ਦੱਸ ਦਿਓ। ਅਤੇ ਜੇ ਤੇ ਭਲਾ ਪੁਰਖ ਹੋਏਗਾ ਤਾਂ ਰਾਹ ਠੀਕ ਦੱਸੇਗਾ। ਅਤੇ ਕਈ ਸ਼ਰਾਰਤੀ ਮਿਲ ਜਾਂਦੇ ਸੀ, ਉਹ ਆਪਣਾ ਮਜ਼ਾ ਲੈਣ ਵਾਸਤੇ ਗਲਤ ਰਾਹ 'ਤੇ ਪਾ ਦੇਣਾ। ਬੰਦਾ ਭਟਕਦਾ ਫਿਰਦਾ 2-4 ਘੰਟੇ ਭਟਕ ਗਿਆ, ਫਿਰ ਉਹਨੇ ਦੇਖਿਆ ਸਵਾਦ ਆਇਆ। ਉਹ ਸ਼ਰਾਰਤੀ ਨੇ ਨਾ, ਉਹ ਤਾਂ ਆਪਣਾ ਸਵਾਦ ਲੈਂਦੇ ਨੇ। ਉਹਨਾਂ ਨੂੰ ਤੁਹਾਡੇ ਦੁੱਖ ਤਕਲੀਫ ਨਾਲ ਕੋਈ ਮਤਲਬ ਨਹੀਂ, ਤੁਹਾਡੀ ਪਰੇਸ਼ਾਨੀ ਨਾਲ ਵੀ ਉਹਨਾਂ ਨੂੰ ਕੋਈ ਮਤਲਬ ਨਹੀਂ। ਤੁਹਾਡਾ ਨੁਕਸਾਨ ਹੋ ਗਿਆ, ਤੁਸੀਂ ਖੁਆਰ ਹੋਏ ਹੋ, ਦੁਖੀ, ਕੋਈ ਮਤਲਬ, ਉਹ ਤਾਂ ਸਵਾਦ ਲੈਂਦੇ ਨੇ। ਇਸੇ ਤਰ੍ਹਾਂ ਮਾਇਆ 'ਤੇ ਸਵਾਦ ਲੈਂਦੀ ਹੈ। ਪਰੇਸ਼ਾਨ ਅਤੇ ਖੁਆਰ ਅਸੀਂ ਉਹਨੇ ਨਾ, ਉਹਨਾਂ ਭਟਕਾਤਾ, ਦੂਜੇ ਰਹਿ ਪਾਤਾ, दूर तक चले गए, उत्थे कोई भला पुरख मिले, उन्हें कहा भाई गलत पासे आ गए, फिर उत्थे ही जा। इस तरह माया सानू खुआ देंदी, भटका देंदी है, गवा देंदी है, गलत राह पा देंदी है। माया के प्रभाव के सदके साडा मन भटक गया है, गलत राह ते पै गया, तो गलत राह ते जिन्ना मर्जी तुर लो मंजिल नहीं मिलनी। गलत रास्ते ते जितनी मर्जी कोई मेहनत कर ले, सफलता ते मंजिल नहीं। लोग से बड़ी मेहनत की, वो भाई मेहनत तो बड़ी की है, पर गलत रास्ते ते की है। असी कदे कदे संसार का एक लाइन ज्ञान पर देखो जी, मेहनत की सफलता होंगी, यकीनन मेहनत की सफलता होंगी है, पर मेहनत ठीक रस्ते ते होवे ना, बड़ी दौड़ दौड़ी गलत रस्ते में दौड़ के तो की मंजिल मिल जाएगी? नहीं, उन्ना वापस होना पेगा। इस करके भाई मन की भटकना, मन की तीव्रता, मन की चंचलता, बहुत चंगियां चीज़ां भी होणगियां, पर सफलता इस करके नहीं मिलदियां क्योंकि साडे मन नूं माया ने भटकाता है, साडी दिशा बदल दी है। आ मनमुख ते गुरमुख होर की है? कोई शरीरां दे लिबास बदलना थोड़ा है। मनमुख ते गुरमुख मन का फोकस बदलना है, जिसों असीं कदे कदे फिलासफी कहने आ मन की दिशा बदलनी। गुरु नानक ने दिशा बदली है। असी किस पासे मुख करना है? असी गुरु वाल मुख करके करना है, तो जुड़ जावांगे। गुरुदेव कृपा करन। बाकी गल्लां आपां कल बैठ के वाचांगे। यह मनुआ दह दिस धावंदा, दूजे भाए खुआया, मनमुख मुग्ध हर नाम ना चेते, नतीजा बिरथा जन्म गवाया। ये तो अगलियां गल्लां कल वाचांगे। भुल चुक दी खिमा, आसीस अते प्यार देने फतेह बुलावना। वाहिगुरू जी का खालसा, वाहिगुरू जी।